बहुत ही प्यारे बच्चों, मेरा नाम है जसकरण सिंह, साइंस मास्टर सरकारी मिडल स्कूल गुरु सर महराज जिला बठिंडा तो। ਬੱਚਿਓ, ਅੱਜ ਅਸੀਂ ਜਮਾਤ 8ਵੀਂ ਦੇ ਲਈ ਵਿਗਿਆਨ ਦਾ ਜੋ ਇੱਕ ਪਾਠ ਹੈ ਸੰਸਲਿਸ਼ਟ ਰੇਸ਼ੇ ਅਤੇ ਪਲਾਸਟਿਕ ਬਾਰੇ ਪੜਾਂਗੇ। ਬੱਚਿਓ, ਅੱਜ ਦੇ ਇਸ ਲੈਕਚਰ ਦੌਰਾਨ ਅਸੀਂ ਸੰਸਲਿਸ਼ਟ ਰੇਸ਼ਿਆਂ ਬਾਰੇ ਗੱਲਬਾਤ ਕਰਾਂਗੇ, ਜਿਨ੍ਹਾਂ ਬਾਰੇ ਤੁਸੀਂ ਪਿਛਲੀਆਂ ਕਲਾਸਾਂ ਦੌਰਾਨ ਵੀ ਜਾਣ ਚੁੱਕੇ ਹੋ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਜੋ ਕੱਪੜੇ ਤੁਸੀਂ ਪਾਉਂਦੇ ਹੋ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਸਤੂਆਂ ਜਿਨ੍ਹਾਂ ਦਾ ਨਿਰਮਾਣ ਵੱਖ-ਵੱਖ ਤਰ੍ਹਾਂ ਦੇ ਰੇਸ਼ਿਆਂ ਤੋਂ ਕੀਤਾ ਜਾਂਦਾ ਹੈ। ਪਿਛਲੀਆਂ ਜਮਾਤਾਂ ਦੌਰਾਨ ਤੁਸੀਂ ਇਹ ਜਾਣ ਚੁੱਕੇ ਹੋ ਕਿ ਇਹ ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ, ਕੁਦਰਤੀ ਰੇਸ਼ੇ ਅਤੇ ਬਣਾਉਟੀ ਰੇਸ਼ੇ। ਕੁਦਰਤੀ ਰੇਸ਼ੇ ਜਿਵੇਂ ਕਪਾਹ, ਉੱਨ, ਰੇਸ਼ਮ ਆਦਿ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ। ਹਾਂਜੀ ਬੱਚਿਓ, ਜਿਵੇਂ ਤੁਹਾਨੂੰ ਪਤਾ ਹੈ, ਕਪਾਹ ਅਤੇ ਉੱਨ, ਰੇਸ਼ਮ ਆਦਿ ਇਹ ਰੇਸ਼ੇ ਆਪਣੇ ਕੋਲੇ ਪੌਦਿਆਂ ਜਾਂ ਜੰਤੂਆਂ ਤੋਂ ਭਾਵ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਹੁੰਦੇ ਹਨ। ਕਪਾਹ ਦੀ ਫਸਲ ਦੀ ਪੈਦਾਵਾਰ ਕੀਤੀ ਜਾਂਦੀ ਹੈ, ਉੱਨ ਸਾਨੂੰ ਭੇਡ ਤੋਂ ਮਿਲਦੀ ਹੈ ਅਤੇ ਰੇਸ਼ਮ ਦਾ ਰੇਸ਼ਾ ਸਾਨੂੰ ਰੇਸ਼ਮ ਦੇ ਕੀੜੇ ਤੋਂ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਕੁਦਰਤੀ ਰੂਪ ਵਿੱਚ ਮਿਲਣ ਵਾਲੇ ਕੁਦਰਤੀ ਰੇਸ਼ੇ ਹੁੰਦੇ ਹਨ। ਜਦੋਂ ਕਿ ਬਣਾਉਟੀ ਰੇਸ਼ੇ ਉਹ ਰੇਸ਼ੇ ਹਨ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਹਨ। ਇਹਨਾਂ ਨੂੰ ਹੀ ਸੰਸਲਿਸ਼ਟ ਰੇਸ਼ੇ ਜਾਂ ਮਾਨਵ ਰੇਸ਼ੇ ਕਿਹਾ ਜਾਂਦਾ ਹੈ, ਮਾਨਵ ਨਿਰਮਿਤ ਰੇਸ਼ੇ। ਇਹਨਾਂ ਦੀਆਂ ਆਮ ਉਦਾਹਰਨਾਂ ਹਨ ਜਿਵੇਂ ਰਿਆਨ, ਨਾਈਲਨ ਆਦਿ। ਬੱਚਿਓ, ਪਿਛਲੀਆਂ ਕਲਾਸਾਂ ਦੌਰਾਨ ਤੁਸੀਂ ਕੁਦਰਤੀ ਰੇਸ਼ਿਆਂ ਬਾਰੇ ਬਹੁਤ ਜਾਣਕਾਰੀ ਹਾਸਲ ਕਰ ਲਈ ਹੈ। ਅੱਜ ਦੇ ਇਸ ਟੌਪਿਕ ਦੌਰਾਨ ਅਸੀਂ ਬਣਾਉਟੀ ਰੇਸ਼ਿਆਂ ਭਾਵ ਸੰਸਲਿਸ਼ਟ ਰੇਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਆਓ ਬੱਚਿਓ, ਹੁਣ ਆਪਾਂ ਕੁਝ ਵਸਤੂਆਂ ਬਾਰੇ ਗੱਲ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਇਹ ਵਸਤੂਆਂ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਦੀਆਂ ਹਨ। ਜਿਵੇਂ ਤੁਸੀਂ ਵੇਖ ਸਕਦੇ ਹੋ, ਲੜੀ ਨੰਬਰ 1 ਉੱਪਰ ਆਪਣੇ ਕੋਲੇ ਵਸਤੂ ਰੱਸਾ ਬਾਰੇ ਦੱਸਿਆ ਹੋਇਆ ਹੈ। ਹਾਂਜੀ ਬੱਚਿਓ, ਤੁਸੀਂ ਸਾਰਿਆਂ ਨੇ ਰੱਸਾ ਵੇਖਿਆ ਹੋਵੇਗਾ। ਕੀ ਤੁਸੀਂ ਦੱਸ ਸਕਦੇ ਹੋ ਇਹ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਦਾ ਹੈ? ਬੱਚਿਓ, ਇਹ ਸੰਸਲਿਸ਼ਟ ਰੇਸ਼ੇ ਤੋਂ ਬਣਦਾ ਹੈ। ਨੰਬਰ 2 ਤੇ ਆਪਣੇ ਕੋਲ ਲਿਖਿਆ ਹੈ ਸਵੈਟਰ ਅਤੇ ਕੋਟੀਆਂ। ਬੱਚਿਓ, ਸਵੈਟਰ ਅਤੇ ਕੋਟੀਆਂ ਇਹ ਪੱਛਮ ਦੀਆਂ ਬੁਣੀਆਂ ਜਾਂਦੀਆਂ ਹਨ। ਪੱਛਮ ਜਾਂ ਉੱਨ ਜੋ ਕਿ ਮੂਲ ਰੂਪ ਵਿੱਚ ਕੁਦਰਤੀ ਰੇਸ਼ੇ ਤੋਂ ਪ੍ਰਾਪਤ ਹੁੰਦਾ ਹੈ, ਪਰੰਤੂ ਹੁਣ ਇਹ ਸੰਸਲਿਸ਼ਟ ਰੇਸ਼ਿਆਂ ਦੀ ਮਦਦ ਨਾਲ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਨੰਬਰ 3 ਉੱਤੇ ਬੱਚਿਓ ਲਿਫਾਫੇ ਬਾਰੇ ਦੱਸਿਆ ਹੋਇਆ ਹੈ। ਲਿਫਾਫੇ ਜੋ ਤੁਸੀਂ ਆਮ ਘਰਾਂ ਦੇ ਵਿੱਚ ਵਰਤਦੇ ਹੋ, ਇਹ ਵੀ ਕੀ ਹੈ, ਇੱਕ ਬਣਾਉਟੀ ਰੇਸ਼ਿਆਂ ਤੋਂ ਤਿਆਰ ਕੀਤੇ ਜਾਂਦੇ ਹਨ। ਨੰਬਰ 4 ਉੱਤੇ ਆਪਣੇ ਕੋਲ ਦਿੱਤਾ ਹੋਇਆ ਹੈ ਕੱਪੜਾ। ਬੱਚਿਓ, ਜੋ ਪਿਓਰ ਕੱਪੜਾ ਹੈ ਉਹ ਕੁਦਰਤੀ ਰੇਸ਼ੇ ਤੋਂ ਤਿਆਰ ਕੀਤਾ ਜਾਂਦਾ ਹੈ, ਪਰੰਤੂ ਹੁਣ ਸੰਸਲਿਸ਼ਟ ਰੇਸ਼ਿਆਂ ਅਤੇ ਕੁਦਰਤੀ ਰੇਸ਼ਿਆਂ ਨੂੰ ਆਪਸ ਵਿੱਚ ਮਿਲਾ ਕੇ ਵੀ ਕੱਪੜਾ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੱਪੜਾ ਕੁਦਰਤੀ ਰੇਸ਼ਿਆਂ ਤੋਂ ਵੀ ਅਤੇ ਸੰਸਲਿਸ਼ਟ ਰੇਸ਼ਿਆਂ ਤੋਂ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚਿਓ, ਤੁਸੀਂ ਆਪਣੇ ਘਰ ਦੀਆਂ ਹੋਰ ਆਮ ਵਸਤੂਆਂ ਬਾਰੇ ਖੁਦ ਸੋਚ ਕੇ ਦੇਖੋ ਕਿ ਇਹ ਕਿਸੇ ਤਰ੍ਹਾਂ ਦੇ ਕੁਦਰਤੀ ਰੇਸ਼ੇ ਤੋਂ ਪ੍ਰਾਪਤ ਹੁੰਦੀਆਂ ਹਨ ਜਾਂ ਫਿਰ ਇਹ ਕਿਸੇ ਤਰ੍ਹਾਂ ਦੇ ਸੰਸਲਿਸ਼ਟ ਰੇਸ਼ੇ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਆਓ ਬੱਚਿਓ, ਹੁਣ ਆਪਾਂ ਇਹ ਜਾਣਦੇ ਹਾਂ ਕਿ ਸੰਸਲਿਸ਼ਟ ਰੇਸ਼ੇ ਕੀ ਹੁੰਦੇ ਹਨ। ਬੱਚਿਓ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਕਿ ਸੰਸਲਿਸ਼ਟ ਰੇਸ਼ੇ ਮਾਨਵ ਨਿਰਮਿਤ ਰੇਸ਼ੇ ਹਨ, ਭਾਵ ਇਹਨਾਂ ਨੂੰ ਮਨੁੱਖ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇੱਕ ਸੰਸਲਿਸ਼ਟ ਰੇਸ਼ਾ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣਾਈ ਗਈ ਇੱਕ ਲੰਮੀ ਲੜੀ ਹੁੰਦਾ ਹੈ। ਹਰ ਇੱਕ ਛੋਟੀ ਇਕਾਈ ਇੱਕ ਰਸਾਇਣਿਕ ਪਦਾਰਥ ਹੈ
ਛੋਟੀਆਂ ਇਕਾਈਆਂ ਮਿਲ ਕੇ ਇੱਕ ਵੱਡੀ ਇਕਾਈ ਬਣਾਉਂਦੇ ਹਨ ਜੋ ਕਿ ਬਹੁਲਕ ਅਖਵਾਉਂਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜਿਵੇਂ ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ, ਇੱਕ ਮਾਲਾ ਦਾ ਚਿੱਤਰ ਦਿਖਾਇਆ ਹੋਇਆ ਹੈ। ਜਿਵੇਂ ਵੱਖ-ਵੱਖ ਤਰ੍ਹਾਂ ਦੇ ਮਣਕੇ ਧਾਗੇ ਦੇ ਵਿੱਚ ਜੁੜ ਕੇ ਇੱਕ ਮਾਲਾ ਦਾ ਰੂਪ ਧਾਰਨ ਕਰਦੇ ਹਨ, ਇਸੇ ਤਰ੍ਹਾਂ ਛੋਟੀਆਂ ਇਕਾਈਆਂ ਜੁੜ ਕੇ ਵੱਡੀਆਂ ਇਕਾਈਆਂ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਬਹੁਲਕ ਆਖਦੇ ਹਨ। ਇਸ ਤਰ੍ਹਾਂ ਬਹੁਲਕ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੋਲੀਮਰ ਸ਼ਬਦ ਤੋਂ ਮਿਲ ਕੇ ਬਣਿਆ ਹੈ। ਪਾਲੀ ਦਾ ਅਰਥ ਹੈ ਅਨੇਕ ਅਤੇ ਮਰ ਦਾ ਅਰਥ ਹੈ ਭਾਗ ਜਾਂ ਇਕਾਈਆਂ। ਇਸ ਤਰ੍ਹਾਂ ਪਾਲੀਮਰ ਜਾਂ ਬਹੁਲਕ ਬਹੁਤ ਸਾਰੀਆਂ ਇਕਾਈਆਂ ਦੇ ਦੁਹਰਾਉਣ ਨਾਲ ਬਣਦਾ ਹੈ। ਤਾਂ ਬੱਚਿਓ, ਇੱਥੋਂ ਆਪਾਂ ਇਹ ਸਿੱਟਾ ਕੱਢਦੇ ਹਾਂ ਕਿ ਸੰਸ਼ਲਿਸ਼ਟ ਰੇਸ਼ੇ ਵੱਖ-ਵੱਖ ਤਰ੍ਹਾਂ ਦੀਆਂ ਛੋਟੀਆਂ ਰਸਾਇਣਿਕ ਇਕਾਈਆਂ ਦੇ ਆਪਸ ਵਿੱਚ ਮਿਲਣ ਦੇ ਨਾਲ ਬਣਦੇ ਹਨ। ਆਓ ਬੱਚਿਓ, ਹੁਣ ਅਸੀਂ ਜਾਣਦੇ ਹਾਂ ਕਿ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ। ਬੱਚਿਓ, ਸੰਸ਼ਲਿਸ਼ਟ ਰੇਸ਼ਿਆਂ ਨੂੰ ਮੁੱਖ ਰੂਪ ਵਿੱਚ ਇਹਨਾਂ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਨੰਬਰ 1 ਰੇਆਨ, ਨੰਬਰ 2 ਨਾਇਲਾਨ, ਨੰਬਰ 3 ਪਾਲੀਐਸਟਰ, ਨੰਬਰ 4 ਐਕ੍ਰੀਲਿਕ। ਬੱਚਿਓ, ਇਹਨਾਂ ਤੋਂ ਇਲਾਵਾ ਵੀ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਹੋਰ ਬਹੁਤ ਕਿਸਮਾਂ ਹੁੰਦੀਆਂ ਹਨ। ਆਓ ਹੁਣ ਆਪਾਂ ਇੱਕ-ਇੱਕ ਕਰਕੇ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਇਹਨਾਂ ਕਿਸਮਾਂ ਬਾਰੇ ਵਿਸਤਾਰਪੂਰਵਕ ਹੋਰ ਜਾਣਕਾਰੀ ਹਾਸਲ ਕਰਦੇ ਹਾਂ। ਆਓ ਬੱਚਿਓ, ਹੁਣ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਕਿਸਮਾਂ ਬਾਰੇ ਜਾਣਦੇ ਹਾਂ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਰੇਆਨ ਸੰਸ਼ਲਿਸ਼ਟ ਰੇਸ਼ੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਬੱਚਿਓ, ਤੁਸੀਂ ਪਿਛਲੀਆਂ ਜਮਾਤਾਂ ਦੌਰਾਨ ਇਹ ਜਾਣਿਆ ਹੈ ਕਿ ਰੇਸ਼ਮ ਦੇ ਕੀੜੇ ਤੋਂ ਸਾਨੂੰ ਰੇਸ਼ਮ ਰੇਸ਼ਾ ਪ੍ਰਾਪਤ ਹੁੰਦਾ ਹੈ। ਰੇਸ਼ਮ ਦੇ ਕੀੜੇ ਤੋਂ ਰੇਸ਼ਮ ਦਾ ਰੇਸ਼ਾ ਪ੍ਰਾਪਤ ਕਰਨ ਦੀ ਜੋ ਵਿਧੀ ਹੈ ਉਹ ਕਾਫੀ ਸਮਾਂ ਲੈਂਦੀ ਹੈ ਅਤੇ ਇਹ ਕਾਫੀ ਕੀਮਤੀ ਹੁੰਦੀ ਹੈ। ਇਸ ਕਰਕੇ ਰੇਸ਼ਮ ਤੋਂ ਤਿਆਰ ਕੀਤਾ ਜਾਣ ਵਾਲਾ ਕੱਪੜਾ ਬਹੁਤ ਮਹਿੰਗਾ ਹੁੰਦਾ ਹੈ। ਅਜਿਹੇ ਵਿੱਚ ਵਿਗਿਆਨੀਆਂ ਨੂੰ ਇੱਕ ਅਜਿਹੇ ਰੇਸ਼ੇ ਦੀ ਖੋਜ ਸੀ ਜੋ ਕਿ ਬਿਲਕੁਲ ਰੇਸ਼ਮ ਜਿਹੇ ਗੁਣ ਰੱਖਦਾ ਹੋਵੇ। ਤਾਂ ਬੱਚਿਓ, ਅਜਿਹੇ ਵਿੱਚ ਰੇਆਨ ਰੇਸ਼ੇ ਦੀ ਖੋਜ ਕੀਤੀ ਗਈ। ਇਹ ਰੇਸ਼ਾ ਲੱਕੜੀ ਦੇ ਪਲਪ ਨਾਲ ਰਸਾਇਣਿਕ ਕਿਰਿਆ ਨਾਲ ਪ੍ਰਾਪਤ ਹੁੰਦਾ ਹੈ। ਇਹ ਰੇਸ਼ਾ ਰੇਸ਼ਮ ਜਿਹੇ ਗੁਣ ਰੱਖਣ ਵਾਲਾ ਮਾਨਵ ਨਿਰਮਿਤ ਰੇਸ਼ਾ ਹੈ। ਇਸ ਕਰਕੇ ਰੇਆਨ ਨੂੰ ਬਣਾਉਟੀ ਰੇਸ਼ਮ ਵੀ ਕਹਿੰਦੇ ਹਨ। ਸੋ ਬੱਚਿਓ, ਇਸ ਤਰ੍ਹਾਂ ਰੇਆਨ ਨੇ ਰੇਸ਼ਮ ਦੇ ਗੁਣ ਹੋਣ ਕਾਰਨ ਰੇਸ਼ਮ ਦੇ ਰੇਸ਼ੇ ਦਾ ਇੱਕ ਬਦਲ ਰੂਪ ਧਾਰਨ ਕਰ ਲਿਆ ਹੈ। ਬੱਚਿਓ, ਇਹ ਰੇਸ਼ਾ ਰੇਸ਼ਮ ਤੋਂ ਕਾਫੀ ਸਸਤਾ ਹੁੰਦਾ ਹੈ ਅਤੇ ਇਸ ਨੂੰ ਰੇਸ਼ਮ ਵਾਂਗ ਹੀ ਬੁਣਿਆ ਜਾ ਸਕਦਾ ਹੈ। ਰੇਆਨ ਨੂੰ ਕਈ ਰੰਗਾਂ ਵਿੱਚ ਰੰਗ ਕੇ ਇਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ। ਬੱਚਿਓ, ਜਿਵੇਂ ਆਪਾਂ ਰੇਸ਼ਮੀ ਕੱਪੜੇ ਸਿਉਂਦੇ ਹਾਂ, ਉਸੇ ਤਰ੍ਹਾਂ ਜੋ ਅੱਜ ਕੱਲ੍ਹ ਰੇਸ਼ਮੀ ਕੱਪੜੇ ਆਉਂਦੇ ਹਨ ਉਹ ਅਸਲ ਵਿੱਚ ਰੇਆਨ ਦੇ ਬਣੇ ਹੁੰਦੇ ਹਨ। ਰੇਆਨ ਨੂੰ ਵੱਖ-ਵੱਖ ਤਰ੍ਹਾਂ ਦੇ ਹੋਰ ਕੁਦਰਤੀ ਰੇਸ਼ਿਆਂ ਨਾਲ ਮਿਲਾ ਕੇ ਹੋਰ ਇਸ ਦੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ। ਰੇਆਨ ਨੂੰ ਕਪਾਹ ਨਾਲ ਮਿਲਾ ਕੇ ਅਸੀਂ ਬਿਸਤਰਿਆਂ ਦੀਆਂ ਚਾਦਰਾਂ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਇਸ ਨੂੰ ਉੱਨ ਨਾਲ ਮਿਲਾ ਕੇ ਗਲੀਚੇ, ਮੈਟ ਜਾਂ ਕਲੀਨ ਬਣਾਏ ਜਾਂਦੇ ਹਨ। ਤੁਸੀਂ ਆਪਣੇ ਘਰਾਂ ਦੇ ਵਿੱਚ ਪਾਏਦਾਨ ਵਿਛੇ ਵੇਖਦੇ ਹੁੰਦੇ ਹੋ। ਇਹ ਪਾਏਦਾਨ ਵੀ ਰੇਆਨ ਰੇਸ਼ੇ ਦੀ ਸਹਾਇਤਾ ਨਾਲ ਬਣਾਏ ਜਾਂਦੇ ਹਨ। ਇਸ ਤਰ੍ਹਾਂ ਰੇਆਨ ਦੀ ਵਰਤੋਂ ਰੇਸ਼ਮ ਦੀਆਂ ਚੀਜ਼ਾਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਬਹੁਤ ਸੁੰਦਰ ਅਤੇ ਲੰਮਾ ਸਮਾਂ ਟਿਕਾਊ ਰਹਿੰਦੀਆਂ ਹਨ। ਬੱਚਿਓ, ਜਿਵੇਂ ਆਪਾਂ ਰੇਆਨ ਸੰਸ਼ਲਿਸ਼ਟ ਰੇਸ਼ੇ ਬਾਰੇ ਜਾਣਿਆ ਹੈ, ਉਸੇ ਤਰ੍ਹਾਂ ਹੀ
ਆਪਣੇ ਕੋਲ ਨਾਈਲਨ ਵੀ ਇੱਕ ਸੰਸ਼ਲਿਸ਼ਟ ਰੇਸ਼ਾ ਹੈ। ਨਾਈਲਨ ਮਨੁੱਖ ਦੁਆਰਾ ਨਿਰਮਿਤ ਰੇਸ਼ਾ ਹੁੰਦਾ ਹੈ। ਇਸ ਨੂੰ ਬਿਨਾਂ ਕਿਸੇ ਪ੍ਰਕਿਰਤਿਕ ਕੱਚੇ ਮਾਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਨਾਈਲਨ ਦਾ ਨਿਰਮਾਣ ਕੋਲੇ, ਪਾਣੀ ਅਤੇ ਹਵਾ ਤੋਂ ਕੀਤਾ ਗਿਆ। ਇਸ ਤਰ੍ਹਾਂ ਨਾਈਲਨ ਪੂਰਨ ਰੂਪ ਵਿੱਚ ਇੱਕ ਸੰਸ਼ਲਿਸ਼ਟ ਰੇਸ਼ਾ ਹੁੰਦਾ ਹੈ। ਬੱਚਿਓ, ਜਦੋਂ ਅਸੀਂ ਨਾਈਲਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਇੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹ ਰੇਸ਼ਾ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਦੀ ਮਜ਼ਬੂਤੀ ਦੇ ਕਾਰਨ ਹੀ ਇਸ ਦੀ ਵਰਤੋਂ ਪੈਰਾਸ਼ੂਟਾਂ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਹਾੜਾਂ ਉੱਤੇ ਚੜ੍ਹਨ ਦੇ ਲਈ ਮਜ਼ਬੂਤ ਰੱਸੇ ਬਣਾਉਣ ਦੇ ਵਿੱਚ ਵੀ ਨਾਈਲਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰੇਸ਼ਾ ਲਚਕੀਲਾ ਅਤੇ ਹਲਕਾ ਹੁੰਦਾ ਹੈ। ਨਾਈਲਨ ਦੀ ਵਰਤੋਂ ਤੰਬੂ, ਜਰਾਬਾਂ, ਬੁਰਸ਼, ਕਾਰਾਂ, ਮੋਟਰ ਗੱਡੀਆਂ ਦੇ ਸੀਟ ਕਵਰ, ਘਰਾਂ ਵਿੱਚ ਲਮਕਾਉਣ ਵਾਲੇ ਪਰਦੇ, ਇਸ ਤੋਂ ਇਲਾਵਾ ਸਲੀਪਿੰਗ ਬੈਗ ਆਦਿ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਬੱਚਿਓ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਨਾਈਲਨ ਦੀ ਵਰਤੋਂ ਨਾਲ ਮਜ਼ਬੂਤ ਰੱਸੇ ਅਤੇ ਪੈਰਾਸ਼ੂਟ ਬਣਾਏ ਜਾਂਦੇ ਹਨ। ਨਾਈਲਨ ਦੀ ਮਜ਼ਬੂਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜੇਕਰ ਅਸੀਂ ਨਾਈਲਨ ਦੀ ਕੋਈ ਤਾਰ ਬਣਾਉਂਦੇ ਹਾਂ ਤਾਂ ਇਹ ਤਾਰ ਲੋਹੇ ਦੀ ਤਾਰ ਨਾਲੋਂ ਕਿਤੇ ਜ਼ਿਆਦਾ ਵਧੇਰੇ ਮਜ਼ਬੂਤ ਹੋਵੇਗੀ। ਇਸ ਤਰ੍ਹਾਂ ਨਾਈਲਨ ਸਾਡੇ ਲਈ ਮਜ਼ਬੂਤ ਵਸਤੂਆਂ ਬਣਾਉਣ ਦੇ ਲਈ ਬਹੁਤ ਕੰਮ ਆਉਂਦਾ ਹੈ। ਤਾਂ ਨਾਈਲਨ ਵੀ ਇੱਕ ਮਾਨਵ ਨਿਰਮਿਤ ਸੰਸ਼ਲਿਸ਼ਟ ਰੇਸ਼ਾ ਹੁੰਦਾ ਹੈ। ਬੱਚਿਓ, ਹੁਣ ਆਪਾਂ ਇੱਕ ਹੋਰ ਸੰਸ਼ਲਿਸ਼ਟ ਰੇਸ਼ੇ ਪਾਲੀਐਸਟਰ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪਾਲੀਐਸਟਰ ਅਸਲ ਵਿੱਚ ਦੋ ਸ਼ਬਦਾਂ ਪਾਲੀ ਜਮਾ ਐਸਟਰ ਤੋਂ ਮਿਲ ਕੇ ਬਣਿਆ ਹੈ। ਅਸਲ ਵਿੱਚ ਐਸਟਰ ਇੱਕ ਰਸਾਇਣ ਅਖਵਾਉਂਦਾ ਹੈ ਜਿਸ ਦੀਆਂ ਇਕਾਈਆਂ ਦੇ ਬਾਰ-ਬਾਰ ਦੁਹਰਾਉਣ ਨਾਲ ਪਾਲੀਐਸਟਰ ਸੰਸ਼ਲਿਸ਼ਟ ਰੇਸ਼ਾ ਬਣਦਾ ਹੈ। ਪਾਲੀਐਸਟਰ ਦੇ ਰੇਸ਼ੇ ਤੋਂ ਬਣੇ ਕੱਪੜਿਆਂ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ। ਇਹ ਆਕੜਿਆ ਰਹਿੰਦਾ ਹੈ ਅਤੇ ਆਸਾਨੀ ਨਾਲ ਧੁੱਲ ਜਾਂਦਾ ਹੈ। ਅਜਿਹੇ ਗੁਣ ਕਰਕੇ ਪਾਲੀਐਸਟਰ ਦੀ ਵਰਤੋਂ ਕੱਪੜਾ ਉਦਯੋਗ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਪਾਲੀਐਸਟਰ ਦੀਆਂ ਸੁੰਦਰ ਕਮੀਜ਼ਾਂ ਅਤੇ ਕੱਪੜੇ ਤੁਸੀਂ ਘਰਾਂ ਦੇ ਵਿੱਚ ਵਰਤਦੇ ਹੋ। ਪਾਲੀਐਸਟਰ ਨਿਰਮਿਤ ਕੱਪੜੇ ਪਾਲੀਕਾਟ, ਪਾਲੀਵੂਲ, ਟੈਰੀਕਾਟ ਆਦਿ ਨਾਵਾਂ ਨਾਲ ਬਾਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਕੱਪੜਿਆਂ ਤੋਂ ਇਲਾਵਾ ਹੋਰ ਬਹੁਤ ਤਰ੍ਹਾਂ ਦੀਆਂ ਵਸਤੂਆਂ ਬਣਾਉਣ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਪਾਣੀ ਵਾਲੀਆਂ ਬੋਤਲਾਂ ਆਮ ਵੇਖਦੇ ਹੋ। ਪਾਣੀ ਵਾਲੀਆਂ ਬੋਤਲਾਂ ਵੀ ਆਮ ਤੌਰ ਤੇ ਪਾਲੀਐਸਟਰ ਜਿਹੇ ਇੱਕ ਸੰਸ਼ਲਿਸ਼ਟ ਰੇਸ਼ੇ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪਾਲੀਐਸਟਰ ਦੇ ਬਰਤਨ ਅਤੇ ਤਾਰਾਂ ਵੀ ਬਣਾਈਆਂ ਜਾਂਦੀਆਂ ਹਨ। ਕੈਮਰੇ ਦੇ ਵਿੱਚ ਵਰਤੀ ਜਾਣ ਵਾਲੀ ਫਿਲਮ ਰੀਲ ਵੀ ਇੱਕ ਪਾਲੀਐਸਟਰ ਜਿਹੇ ਸੰਸ਼ਲਿਸ਼ਟ ਰੇਸ਼ੇ ਤੋਂ ਹੀ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਆਸ-ਪਾਸ ਹੋਰ ਵਸਤੂਆਂ ਵੱਲ ਨਜ਼ਰ ਮਾਰੋ ਤਾਂ ਤੁਹਾਨੂੰ ਪਾਲੀਐਸਟਰ ਨਾਲ ਬਣੀਆਂ ਵਸਤੂਆਂ ਦੀ ਪਹਿਚਾਣ ਆ ਜਾਵੇਗੀ। ਆਓ ਬੱਚਿਓ, ਹੁਣ ਅਸੀਂ ਇੱਕ ਹੋਰ ਸੰਸ਼ਲਿਸ਼ਟ ਰੇਸ਼ੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਹੈ ਐਕ੍ਰੀਲਿਕ। ਐਕ੍ਰੀਲਿਕ ਇੱਕ ਸੰਸ਼ਲਿਸ਼ਟ ਰੇਸ਼ਾ ਹੈ ਜੋ ਕਿ ਉੱਨ ਵਾਂਗ ਲੱਗਦਾ ਹੈ। ਬੱਚਿਓ, ਕੁਦਰਤੀ ਸਰੋਤਾਂ ਤੋਂ ਪ੍ਰਾਪਤ ਉੱਨ ਕਾਫੀ ਮਹਿੰਗੀ ਹੁੰਦੀ ਹੈ। ਇਸ ਕਰਕੇ ਐਕ੍ਰੀਲਿਕ ਇੱਕ ਅਜਿਹਾ ਸਸਤਾ ਮਾਨਵ ਨਿਰਮਿਤ ਸੰਸ਼ਲਿਸ਼ਟ ਰੇਸ਼ਾ ਹੈ ਜੋ ਕਿ ਬਿਲਕੁਲ ਉੱਨ ਜਿਹੇ ਗੁਣ ਰੱਖਦਾ ਹੈ। ਇਹ ਅਨੇਕਾਂ ਰੰਗਾਂ ਵਿੱਚ ਉਪਲਬਧ ਹੁੰਦੀ ਹੈ। ਕੁਦਰਤੀ ਤੌਰ ਤੇ ਪ੍ਰਾਪਤ ਉੱਨ ਦੀ ਵਰਤੋਂ ਕੋਟੀਆਂ, ਸਵੈਟਰ ਬਣਾਉਣ ਵਿੱਚ ਕੀਤੀ ਜਾਂਦੀ ਹੈ, ਪਰੰਤੂ ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਅਜਿਹੇ ਵਿੱਚ
ਹੁਣ ਐਕ੍ਰੀਲਿਕ ਰੇਸ਼ੇ ਦੀ ਵਰਤੋਂ ਕੋਟੀਆਂ ਸਵੈਟਰ ਵਿੱਚ ਕੀਤੀ ਜਾਂਦੀ ਹੈ। ਐਕ੍ਰੀਲਿਕ ਦੀ ਵਰਤੋਂ ਸਵੈਟਰ, ਸ਼ਾਲ, ਕੰਬਲ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ, ਜੋ ਕਿ ਬਹੁਤ ਸੁੰਦਰ, ਹਲਕੇ ਅਤੇ ਲੰਮਾ ਸਮਾਂ ਟਿਕਾਊ ਹੁੰਦੇ ਹਨ। ਇਸ ਤਰ੍ਹਾਂ ਇਹ ਸੰਸ਼ਲਿਸ਼ਟ ਰੇਸ਼ਾ ਵੀ ਸਾਡੇ ਲਈ ਬਹੁਤ ਤਰ੍ਹਾਂ ਦੇ ਕੰਮ ਆਉਂਦਾ ਹੈ। ਸੋ ਬੱਚਿਓ, ਹੁਣ ਤੱਕ ਆਪਾਂ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜ੍ਹ ਚੁੱਕੇ ਹਾਂ। ਅਸੀਂ ਵੱਖ-ਵੱਖ ਕਿਸਮਾਂ ਦੀਆਂ ਗੁਣ ਅਤੇ ਉਹਨਾਂ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਆਓ ਇੱਕ ਵਾਰ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ। ਸੰਸ਼ਲਿਸ਼ਟ ਰੇਸ਼ੇ ਜ਼ਿਆਦਾ ਮਜ਼ਬੂਤ ਹੁੰਦੇ ਹਨ ਅਤੇ ਜ਼ਿਆਦਾ ਚੱਲਦੇ ਹਨ। ਬੱਚਿਓ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸੰਸ਼ਲਿਸ਼ਟ ਰੇਸ਼ੇ ਜ਼ਿਆਦਾ ਮਜ਼ਬੂਤ ਹੁੰਦੇ ਹਨ। ਜਿਵੇਂ ਆਪਾਂ ਨਾਈਲੋਨ ਦੇ ਵੇਲੇ ਗੱਲ ਕੀਤੀ ਸੀ ਕਿ ਇਸ ਦੀ ਜ਼ਿਆਦਾ ਮਜ਼ਬੂਤੀ ਕਾਰਨ ਹੀ ਨਾਈਲੋਨ ਦੀ ਵਰਤੋਂ ਪਹਾੜਾਂ ਉੱਤੇ ਚੜ੍ਹਨ ਵਾਲੇ ਰੱਸੇ ਅਤੇ ਤੰਬੂ ਵਗੈਰਾ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੀਆਂ ਵਸਤੂਆਂ ਜ਼ਿਆਦਾ ਲੰਬੇ ਸਮੇਂ ਤੱਕ ਹੰਢਦੀਆਂ ਹਨ। ਸੰਸ਼ਲਿਸ਼ਟ ਰੇਸ਼ਿਆਂ ਦੀ ਮਜ਼ਬੂਤੀ ਨੂੰ ਜਾਣਨ ਦੇ ਲਈ ਤੁਸੀਂ ਆਪਣੇ ਆਪ ਘਰੇ ਇੱਕ ਕਿਰਿਆ ਕਰਕੇ ਵੇਖ ਸਕਦੇ ਹੋ। ਆਪਣੇ ਦੀਵਾਰ ਦੇ ਨਾਲ ਇੱਕ ਕਿੱਲ ਨੂੰ ਲਗਾ ਕੇ ਉਸ ਕਿੱਲ ਉੱਤੇ ਇੱਕੋ ਜਿਹੀ ਲੰਬਾਈ ਦੇ ਕੁਦਰਤੀ ਰੇਸ਼ਿਆਂ ਤੋਂ ਬਣੇ ਧਾਗੇ ਅਤੇ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਧਾਗੇ ਨੂੰ ਲਮਕਾਓ। ਉਸ ਦੇ ਹੇਠਾਂ ਇੱਕ ਪਾਲੀਥੀਨ ਲਿਫਾਫੇ ਨੂੰ ਲਮਕਾ ਕੇ ਉਸ ਵਿੱਚ ਕੱਚ ਦੀਆਂ ਇੱਕੋ ਜਿਹੇ ਸਾਈਜ਼ ਦੀਆਂ ਗੋਲੀਆਂ ਪਾ ਕੇ ਦੇਖੋ। ਇਹ ਦੇਖੋ ਕਿ ਕਿੰਨਾ ਭਾਰ ਲਟਕਾਉਣ 'ਤੇ ਕੁਦਰਤੀ ਰੇਸ਼ਿਆਂ ਤੋਂ ਬਣਿਆ ਧਾਗਾ ਟੁੱਟਦਾ ਹੈ ਅਤੇ ਕਿੰਨਾ ਭਾਰ ਪਾਉਣ 'ਤੇ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਧਾਗਾ ਟੁੱਟਦਾ ਹੈ। ਤੁਸੀਂ ਇਸ ਕਿਰਿਆ ਦੇ ਅੰਤ 'ਤੇ ਇਹ ਦੇਖੋਗੇ ਕਿ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਧਾਗਾ ਜ਼ਿਆਦਾ ਭਾਰ ਨੂੰ ਝੱਲ ਸਕਦਾ ਹੈ, ਭਾਵ ਸੰਸ਼ਲਿਸ਼ਟ ਰੇਸ਼ੇ ਕੁਦਰਤੀ ਰੇਸ਼ਿਆਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੁੰਦੇ ਹਨ। ਸੰਸ਼ਲਿਸ਼ਟ ਰੇਸ਼ੇ ਘੱਟ ਮਹਿੰਗੇ, ਆਸਾਨੀ ਨਾਲ ਉਪਲਬਧ ਅਤੇ ਸਾਂਭ ਸੰਭਾਲ ਲਈ ਸੁਵਿਧਾਜਨਕ ਹਨ। ਬੱਚਿਓ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕੁਦਰਤੀ ਰੇਸ਼ਿਆਂ ਦੇ ਮੁਕਾਬਲੇ ਵਿੱਚ ਸੰਸ਼ਲਿਸ਼ਟ ਰੇਸ਼ਿਆਂ ਨੂੰ ਆਸਾਨੀ ਨਾਲ ਬਣਾਇਆ ਜਾਂਦਾ ਹੈ ਅਤੇ ਇਹਨਾਂ 'ਤੇ ਖਰਚਾ ਵੀ ਘੱਟ ਆਉਂਦਾ ਹੈ। ਇਸ ਤੋਂ ਇਲਾਵਾ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੀਆਂ ਵਸਤੂਆਂ ਦੀ ਸਾਂਭ ਸੰਭਾਲ ਕਰਨੀ ਵੀ ਆਸਾਨ ਹੁੰਦੀ ਹੈ। ਵੱਖ-ਵੱਖ ਕਿਸਮ ਦੇ ਰੇਸ਼ੇ ਆਪਣੀ ਮਜ਼ਬੂਤੀ, ਪਾਣੀ ਸੋਖਣ ਸਮਰੱਥਾ, ਜਲਣ ਸੁਭਾਅ, ਮੁੱਲ, ਹੰਢਣਸਾਰਤਾ ਆਦਿ ਗੁਣਾਂ ਵਿੱਚ ਵਿਲੱਖਣਤਾ ਰੱਖਦੇ ਹਨ। ਬੱਚਿਓ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਰੇਕ ਤਰ੍ਹਾਂ ਦੇ ਸੰਸ਼ਲਿਸ਼ਟ ਰੇਸ਼ੇ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ। ਬੱਚਿਓ, ਹੁਣ ਇੱਥੇ ਆਪਣੇ ਕੋਲੇ ਇੱਕ ਵਿਸ਼ੇਸ਼ਤਾ ਪਾਣੀ ਸੋਖਣ ਸਮਰੱਥਾ ਬਾਰੇ ਲਿਖਿਆ ਹੋਇਆ ਹੈ। ਸੰਸ਼ਲਿਸ਼ਟ ਰੇਸ਼ੇ ਕੁਦਰਤੀ ਰੇਸ਼ਿਆਂ ਦੇ ਮੁਕਾਬਲੇ ਘੱਟ ਪਾਣੀ ਸੋਖਦੇ ਹਨ, ਭਾਵ ਇਹ ਆਸਾਨੀ ਦੇ ਨਾਲ ਸੁਕਾਏ ਜਾ ਸਕਦੇ ਹਨ। ਇੱਕ ਕਿਰਿਆ ਦੀ ਸਹਾਇਤਾ ਨਾਲ ਤੁਸੀਂ ਆਪਣੇ ਆਪ ਆਪਣੇ ਘਰ ਵੀ ਇਹ ਗੁਣ ਨੂੰ ਆਪ ਕਰਕੇ ਵੇਖ ਸਕਦੇ ਹੋ। ਦੋ ਇੱਕੋ ਜਿਹੇ ਸਾਈਜ਼ ਦੇ ਤੁਸੀਂ ਕੱਪੜੇ ਲੈਣੇ ਹਨ, ਇੱਕ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਹੋਇਆ ਕੱਪੜਾ, ਇੱਕ ਕੁਦਰਤੀ ਰੇਸ਼ੇ ਤੋਂ ਬਣਿਆ ਹੋਇਆ ਕੱਪੜਾ। ਦੋਨਾਂ ਕੱਪੜਿਆਂ ਨੂੰ 5 ਮਿੰਟ ਤੱਕ ਪਾਣੀ ਦੇ 2 ਅਲੱਗ-ਅਲੱਗ ਬਰਤਨਾਂ ਵਿੱਚ ਡੁਬੋ ਕੇ ਰੱਖੋ। ਜਦੋਂ ਤੁਸੀਂ ਬਾਹਰ ਕੱਢਦੇ ਹੋ ਤਾਂ ਤੁਸੀਂ ਨੋਟ ਕਰੋਗੇ ਕਿ ਸੰਸ਼ਲਿਸ਼ਟ ਰੇਸ਼ਿਆਂ ਨੇ ਘੱਟ ਪਾਣੀ ਸੋਖਿਆ ਹੈ, ਜਦੋਂ ਕਿ ਕੁਦਰਤੀ ਰੇਸ਼ੇ ਪਾਣੀ ਜ਼ਿਆਦਾ ਸੋਖਦੇ ਹਨ। ਹੁਣ ਇਹਨਾਂ ਕੱਪੜਿਆਂ ਨੂੰ ਸੁੱਕਣੇ ਪਾਉਣ ਲਈ ਕਿਸੇ ਤਾਰ ਉੱਪਰ ਪਾਓ। ਕਿਰਿਆ ਦੇ ਅੰਤ 'ਤੇ ਤੁਸੀਂ ਨੋਟ ਕਰੋਗੇ ਕਿ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਕੱਪੜਾ ਜਲਦੀ ਸੁੱਕ ਜਾਂਦਾ ਹੈ, ਜਦੋਂ ਕਿ ਕੁਦਰਤੀ ਰੇਸ਼ੇ ਤੋਂ ਬਣਿਆ ਕੱਪੜਾ ਜ਼ਿਆਦਾ ਸਮਾਂ ਲੈ ਕੇ ਸੁੱਕਦਾ ਹੈ। ਇਸ ਕਿਰਿਆ ਤੋਂ ਤੁਸੀਂ ਇਹ ਸਿੱਧ ਕਰਨ ਦੇ ਯੋਗ ਹੋ ਜਾਓਗੇ ਕਿ ਸੰਸ਼ਲਿਸ਼ਟ ਰੇਸ਼ੇ ਘੱਟ ਪਾਣੀ ਸੋਖਦੇ ਹਨ ਅਤੇ ਇਹ ਆਸਾਨੀ ਦੇ ਨਾਲ ਸੁਕਾਏ ਜਾ ਸਕਦੇ ਹਨ। ਸੋ ਬੱਚਿਓ, ਇਹ ਸਨ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਕੁਝ ਵਿਸ਼ੇਸ਼ਤਾਵਾਂ, ਜਿਨ੍ਹਾਂ ਕਰਕੇ ਅੱਜ ਦੇ ਸਮੇਂ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੱਧਰ ਵਿੱਚ ਕੀਤੀ ਜਾਂਦੀ ਹੈ।
ਬੱਚਿਓ, ਇਸ ਤੋਂ ਪਹਿਲਾਂ ਅਸੀਂ ਸੰਸ਼ਲਿਸ਼ਟ ਰੇਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਹੈ। ਹੁਣ ਆਪਾਂ ਸੰਸ਼ਲਿਸ਼ਟ ਰੇਸ਼ਾ ਦੇ ਇੱਕ ਅਜਿਹੇ ਹਾਨੀਕਾਰਕ ਗੁਣ ਬਾਰੇ ਗੱਲ ਕਰਾਂਗੇ ਜੋ ਕਿ ਸਾਡੇ ਲਈ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਬੱਚਿਓ, ਪਿਛਲੀਆਂ ਜਮਾਤਾਂ ਦੌਰਾਨ ਜਦੋਂ ਤੁਸੀਂ ਕੁਦਰਤੀ ਰੇਸ਼ੇ ਅਤੇ ਸੰਸ਼ਲਿਸ਼ਟ ਰੇਸ਼ਿਆਂ ਦੀ ਪਰਖ ਕਰਨ ਦੇ ਕੁਝ ਕਿਰਿਆਵਾਂ ਕੀਤੀਆਂ ਸਨ ਤਾਂ ਤੁਸੀਂ ਉੱਥੇ ਵੇਖਿਆ ਸੀ ਕਿ ਸੰਸ਼ਲਿਸ਼ਟ ਰੇਸ਼ੇ ਗਰਮ ਕਰਨ 'ਤੇ ਪਿਘਲ ਜਾਂਦੇ ਹਨ। ਬੱਚਿਓ, ਤੁਸੀਂ ਕਦੇ ਨਾ ਕਦੇ ਘਰੇ ਪਾਲੀਥੀਨ ਦੇ ਬਣੇ ਲਿਫਾਫੇ ਨੂੰ ਅੱਗ ਲਗਾ ਕੇ ਜ਼ਰੂਰ ਵੇਖੀ ਹੋਵੇਗੀ। ਜਦੋਂ ਪਾਲੀਥੀਨ ਦੇ ਲਿਫਾਫੇ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਸੁੰਗੜ ਜਾਂਦਾ ਹੈ, ਪਿਘਲ ਜਾਂਦਾ ਹੈ। ਇਸੇ ਤਰ੍ਹਾਂ ਸੰਸ਼ਲਿਸ਼ਟ ਰੇਸ਼ੇ ਤੋਂ ਬਣੇ ਕੱਪੜੇ ਨੂੰ ਜੇਕਰ ਅੱਗ ਲੱਗ ਜਾਵੇ ਤਾਂ ਇਹ ਪਿਘਲ ਜਾਂਦਾ ਹੈ। ਜੇਕਰ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਕੱਪੜਾ ਕਿਸੇ ਵਿਅਕਤੀ ਨੇ ਪਹਿਨਿਆ ਹੋਇਆ ਹੈ ਅਤੇ ਇਸ ਕੱਪੜੇ ਨੂੰ ਅੱਗ ਲੱਗ ਜਾਵੇ ਤਾਂ ਇਹ ਅੱਗ ਲੱਗਣ ਤੇ ਪਿਘਲਣ ਤੇ ਵਿਅਕਤੀ ਦੇ ਸਰੀਰ ਨਾਲ ਚਿਪਕ ਜਾਂਦਾ ਹੈ। ਇਸ ਤਰ੍ਹਾਂ ਇਹ ਬਹੁਤ ਵੱਡੇ ਪੱਧਰ ਤੇ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ। ਸੋ ਬੱਚਿਓ, ਇਹ ਇੱਕ ਸੰਸ਼ਲਿਸ਼ਟ ਰੇਸ਼ਿਆਂ ਦਾ ਹਾਨੀਕਾਰਕ ਗੁਣ ਹੈ। ਬੱਚਿਓ, ਹੁਣ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣ ਚੁੱਕੇ ਹਾਂ। ਆਓ ਅਸੀਂ ਇੱਕ ਵਾਰੀ ਫਿਰ ਦੁਹਰਾਈ ਕਰਦੇ ਹਾਂ ਕਿ ਅਸੀਂ ਅੱਜ ਇਸ ਲੈਕਚਰ ਦੌਰਾਨ ਕੀ ਕੁਝ ਸਿੱਖਿਆ ਹੈ। ਬੱਚਿਓ, ਸਭ ਤੋਂ ਪਹਿਲਾਂ ਅਸੀਂ ਕੁਦਰਤੀ ਰੇਸ਼ਿਆਂ ਅਤੇ ਸੰਸ਼ਲਿਸ਼ਟ ਰੇਸ਼ਿਆਂ ਬਾਰੇ ਗੱਲ ਕੀਤੀ। ਕੁਦਰਤੀ ਰੇਸ਼ੇ ਉਹ ਰੇਸ਼ੇ ਹਨ ਜੋ ਸਾਨੂੰ ਕੁਦਰਤੀ ਰੂਪ ਵਿੱਚ ਮਿਲਦੇ ਹਨ। ਇਹ ਰੇਸ਼ੇ ਕੁਦਰਤੀ ਰੂਪ ਵਿੱਚ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਜਿਵੇਂ ਕਪਾਹ, ਉੱਨ, ਰੇਸ਼ਮ ਆਦਿ। ਇਹ ਕੁਦਰਤੀ ਰੂਪ ਵਿੱਚ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਤਾਂ ਇਹ ਆਪਣੇ ਕੋਲ ਕੁਦਰਤੀ ਰੇਸ਼ੇ ਹੁੰਦੇ ਹਨ। ਦੂਜੀ ਕਿਸਮ ਦੇ ਆਪਾਂ ਬਣਾਉਟੀ ਰੇਸ਼ਿਆਂ ਦੀ ਗੱਲ ਕੀਤੀ। ਬਣਾਉਟੀ ਰੇਸ਼ੇ ਜੋ ਕਿ ਮਾਨਵ ਨਿਰਮਿਤ ਰੇਸ਼ੇ ਵੀ ਅਖਵਾਉਂਦੇ ਹਨ, ਇਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਵੀ ਕਿਹਾ ਜਾਂਦਾ ਹੈ। ਸੰਸ਼ਲਿਸ਼ਟ ਰੇਸ਼ੇ ਬਹੁਤ ਜ਼ਿਆਦਾ ਇਕਾਈਆਂ ਦੇ ਜੁੜਨ ਤੋਂ ਨਿਰਮਿਤ ਹੁੰਦੇ ਹਨ ਜੋ ਬਹੁਲਕ ਅਖਵਾਉਂਦੇ ਹਨ। ਬੱਚਿਓ, ਆਪਾਂ ਸੰਸ਼ਲਿਸ਼ਟ ਰੇਸ਼ਿਆਂ ਦੀ ਗੱਲ ਕੀਤੀ ਹੈ ਕਿ ਇਹ ਰੇਸ਼ੇ ਬਣਾਉਟੀ ਤੌਰ ਤੇ ਮਨੁੱਖ ਦੁਆਰਾ ਤਿਆਰ ਕੀਤੇ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ਿਆਂ ਦੇ ਵੱਡੀ ਮਾਤਰਾ ਵਿੱਚ ਨਿਰਮਾਣ ਵਿੱਚ ਵਰਤੇ ਗਏ ਰਸਾਇਣਾਂ ਦੀਆਂ ਕਿਸਮਾਂ ਦੇ ਆਧਾਰ 'ਤੇ ਉਹਨਾਂ ਨੂੰ ਰੇਯਾਨ, ਨਾਈਲਾਨ, ਪੋਲੀਐਸਟਰ ਅਤੇ ਐਕ੍ਰੀਲਿਕ ਦੇ ਨਾਮ ਦਿੱਤੇ ਗਏ ਹਨ। ਬੱਚਿਓ, ਆਪਾਂ ਵੱਖ-ਵੱਖ ਤਰ੍ਹਾਂ ਦੇ ਸੰਸ਼ਲਿਸ਼ਟ ਰੇਸ਼ਿਆਂ ਬਾਰੇ ਅੱਜ ਜਾਣਕਾਰੀ ਹਾਸਲ ਕੀਤੀ ਹੈ। ਰੇਯਾਨ, ਜਿਸ ਨੂੰ ਕਿ ਬਣਾਉਟੀ ਰੇਸ਼ਮ ਵੀ ਕਿਹਾ ਜਾਂਦਾ ਹੈ, ਇਸ ਦੀ ਵਰਤੋਂ ਕੱਪੜਾ ਉਦਯੋਗ ਵਿੱਚ ਕੀਤੀ ਜਾਂਦੀ ਹੈ। ਇਸ ਦੀਆਂ ਚਾਦਰਾਂ ਬਣਾਈਆਂ ਜਾਂਦੀਆਂ ਹਨ, ਕਲੀਨ ਅਤੇ ਗਲੀਚੇ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਨਾਈਲਨ ਦੀ ਵਰਤੋਂ ਕੀਤੀ। ਨਾਈਲਨ ਦੀ ਵਰਤੋਂ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਜਿਵੇਂ ਜੁਰਾਬਾਂ, ਰੱਸੇ, ਤੰਬੂ, ਦੰਦ ਸਾਫ਼ ਕਰਨ ਵਾਲਾ ਬੁਰਸ਼, ਕਾਰਾਂ ਦੀਆਂ ਕਵਰ ਸੀਟਾਂ, ਸਲੀਪਿੰਗ ਬੈਗ, ਪਰਦੇ, ਰੱਸੇ, ਪੈਰਾਸ਼ੂਟ ਆਦਿ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਪਾਲੀਐਸਟਰ ਰੇਸ਼ੇ ਬਾਰੇ ਗੱਲ ਕੀਤੀ। ਪਾਲੀਐਸਟਰ ਦੀ ਵਰਤੋਂ ਕੱਪੜਾ ਉਦਯੋਗ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਕਿਉਂਕਿ ਇਸ ਦਾ ਇੱਕ ਮੁੱਖ ਗੁਣ ਇਹ ਹੈ ਕਿ ਇਸ ਤੋਂ ਬਣੇ ਕੱਪੜਿਆਂ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ, ਇਹ ਆਕੜਿਆ ਰਹਿੰਦਾ ਹੈ। ਇਸ ਤੋਂ ਬਾਅਦ ਅਸੀਂ ਐਕ੍ਰੀਲਿਕ ਨਾਮ ਦੇ ਇੱਕ ਹੋਰ ਸੰਸ਼ਲਿਸ਼ਟ ਰੇਸ਼ੇ ਬਾਰੇ ਗੱਲ ਕੀਤੀ ਜੋ ਕਿ ਉੱਨ ਦੀ ਤਰ੍ਹਾਂ ਹੁੰਦਾ ਹੈ। ਇਸ ਦੀ ਵਰਤੋਂ ਕੋਟੀਆਂ, ਸਵੈਟਰ, ਕੰਬਲ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਘਰੇਲੂ ਵਸਤਾਂ ਜਿਵੇਂ ਕੱਪੜੇ, ਰੱਸੇ, ਬਾਲਟੀਆਂ, ਫਰਨੀਚਰ, ਬਰਤਨ ਆਦਿ ਤੋਂ ਲੈ ਕੇ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਪਲਾਟਯਾਨ, ਮੈਡੀਕਲ ਸੇਵਾ ਆਦਿ ਉੱਚ ਵਿਸ਼ਿਸ਼ਟਤਾ ਵਾਲੀਆਂ ਵਸਤਾਂ ਵਿੱਚ ਕੀਤੀ ਜਾਂਦੀ ਹੈ। ਸੋ ਬੱਚਿਓ, ਹੁਣ ਅਸੀਂ ਇਸ ਸਿੱਟੇ ਉੱਤੇ ਪਹੁੰਚਦੇ ਹਾਂ ਕਿ ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਛੋਟੀ ਤੋਂ ਛੋਟੀ ਘਰੇਲੂ ਵਸਤੂ ਤੋਂ ਲੈ ਕੇ
ਵੱਡੇ ਪੱਧਰ ਤੇ ਉਦਯੋਗਾਂ ਨਾਲ ਸੰਬੰਧਿਤ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ। ਬੱਚਿਓ, ਇਸ ਤੋਂ ਬਾਅਦ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਸੀ। ਸੰਸ਼ਲਿਸ਼ਟ ਰੇਸ਼ੇ ਆਸਾਨੀ ਨਾਲ ਪ੍ਰਾਪਤ ਹੋਣ ਵਾਲੇ, ਘੱਟ ਮਹਿੰਗੇ, ਜ਼ਿਆਦਾ ਹੰਢਣਸਾਰ ਹੁੰਦੇ ਹਨ। ਇਹ ਜ਼ਿਆਦਾ ਚੱਲਦੇ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਸੌਖੀ ਹੁੰਦੀ ਹੈ। ਇਸ ਤੋਂ ਇਲਾਵਾ ਅਸੀਂ ਇੱਕ ਸੰਸ਼ਲਿਸ਼ਟ ਰੇਸ਼ਿਆਂ ਦੇ ਹਾਨੀਕਾਰਕ ਗੁਣ ਬਾਰੇ ਵੀ ਪੜ੍ਹਿਆ ਹੈ। ਉਹ ਇਹ ਹੈ ਕਿ ਜੇਕਰ ਸੰਸ਼ਲਿਸ਼ਟ ਰੇਸ਼ੇ ਤੋਂ ਬਣੇ ਕਿਸੇ ਕੱਪੜੇ ਨੂੰ ਜਾਂ ਹੋਰ ਕਿਸੇ ਵਸਤੂ ਨੂੰ ਅੱਗ ਲੱਗਦੀ ਹੈ ਤਾਂ ਇਹ ਪਿਘਲ ਜਾਂਦੇ ਹਨ। ਪਿਘਲਣ ਕਾਰਨ ਇਹ ਚਿਪਕ ਕੇ ਸੁੰਗੜ ਜਾਂਦੇ ਹਨ। ਜਿਹੇ ਵਿੱਚ ਜੇਕਰ ਸੰਸ਼ਲਿਸ਼ਟ ਰੇਸ਼ੇ ਤੋਂ ਬਣੇ ਕੱਪੜੇ ਨੂੰ ਕਿਸੇ ਵਿਅਕਤੀ ਨੇ ਪਹਿਨਿਆ ਹੋਇਆ ਹੈ ਅਤੇ ਉਸ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਹ ਸੰਸ਼ਲਿਸ਼ਟ ਰੇਸ਼ੇ ਤੋਂ ਬਣਿਆ ਕੱਪੜਾ ਗਰਮ ਹੋ ਕੇ ਪਿਘਲ ਜਾਂਦਾ ਹੈ ਅਤੇ ਪਿਘਲ ਕੇ ਵਿਅਕਤੀ ਦੀ ਚਮੜੀ ਦੇ ਨਾਲ ਲੱਗ ਜਾਂਦਾ ਹੈ। ਅਜਿਹੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਬੱਚਿਓ, ਮੇਰੇ ਹਿਸਾਬ ਨਾਲ ਅੱਜ ਆਪਾਂ ਸੰਸ਼ਲਿਸ਼ਟ ਰੇਸ਼ਿਆਂ ਬਾਰੇ ਜੋ ਜਾਣਕਾਰੀ ਹਾਸਲ ਕੀਤੀ ਹੈ ਅਤੇ ਜੋ ਆਪਾਂ 2 ਕਿਰਿਆਵਾਂ ਬਾਰੇ ਗੱਲ ਕੀਤੀ ਹੈ ਉਹ ਕਿਰਿਆਵਾਂ ਤੁਸੀਂ ਆਪਣੇ ਘਰ ਜ਼ਰੂਰ ਕਰਕੇ ਵੇਖੋਗੇ। ਆਓ ਬੱਚਿਓ, ਅਸੀਂ ਅੱਜ ਜੋ ਸਿੱਖਿਆ ਹੈ ਉਸ ਦੇ ਆਧਾਰ ਤੇ ਅਭਿਆਸ ਵਿੱਚੋਂ ਕੁਝ ਪ੍ਰਸ਼ਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬੱਚਿਓ, ਆਪਣੇ ਕੋਲ ਇੱਕ ਪ੍ਰਸ਼ਨ ਦਿੱਤਾ ਹੋਇਆ ਹੈ, ਕੁਝ ਰੇਸ਼ੇ ਸੰਸ਼ਲਿਸ਼ਟ ਰੇਸ਼ੇ ਕਿਉਂ ਅਖਵਾਉਂਦੇ ਹਨ? ਹਾਂਜੀ ਬੱਚਿਓ, ਤੁਸੀਂ ਦੱਸੋ ਇਸ ਨੂੰ ਆਪਾਂ ਕਿੱਦਾਂ ਆਨਸਰ ਕਰਾਂਗੇ? ਬੱਚਿਓ, ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਹੈ ਕਿ ਕੁਝ ਰੇਸ਼ੇ ਸੰਸ਼ਲਿਸ਼ਟ ਰੇਸ਼ੇ ਇਸ ਕਰਕੇ ਅਖਵਾਉਂਦੇ ਹਨ ਕਿਉਂਕਿ ਇਹ ਰੇਸ਼ੇ ਮਾਨਵ ਨਿਰਮਿਤ ਹੁੰਦੇ ਹਨ। ਮਨੁੱਖ ਦੁਆਰਾ ਇਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਇਸ ਕਰਕੇ ਇਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਆਖਿਆ ਜਾਂਦਾ ਹੈ। ਨਾਈਲਨ ਤੋਂ ਨਿਰਮਿਤ 2 ਵਸਤਾਂ ਦੇ ਨਾਂ ਦੱਸੋ ਜੋ ਨਾਈਲਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੇ ਹਨ। ਬੱਚਿਓ, ਇਸ ਦਾ ਆਨਸਰ ਵੀ ਆਪਾਂ ਪਹਿਲਾਂ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ। ਨਾਈਲਨ ਆਪਣੀ ਮਜ਼ਬੂਤੀ ਕਾਰਨ, ਅਜਿਹਾ ਗੁਣ ਦੇ ਕਾਰਨ ਇਸ ਦੀ ਵਰਤੋਂ ਅਜਿਹੀਆਂ ਥਾਵਾਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਜ਼ਿਆਦਾ ਮਜ਼ਬੂਤ ਵਸਤਾਂ ਦੀ ਲੋੜ ਹੋਵੇ। ਤਾਂ ਇਹ ਵਸਤਾਂ ਦੇ ਵਿੱਚ ਇੱਕ ਤਾਂ ਪਹਾੜਾਂ 'ਤੇ ਚੜ੍ਹਨ ਦੇ ਲਈ ਮਜ਼ਬੂਤ ਰੱਸੇ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਪੈਰਾਸ਼ੂਟ ਵੀ ਇਸ ਦੀਆਂ ਨਾਈਲਨ ਦਾ ਬਣਾਇਆ ਜਾਂਦਾ ਹੈ। ਨਾਈਲਨ ਤੋਂ ਮਜ਼ਬੂਤ ਤੰਬੂ ਵੀ ਬਣਾਏ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ੇ ਡੈਸ਼ ਅਤੇ ਡੈਸ਼ ਰੇਸ਼ੇ ਵੀ ਅਖਵਾਉਂਦੇ ਹਨ। ਬੱਚਿਓ, ਇਸ ਬਾਰੇ ਆਪਾਂ ਗੱਲ ਕੀਤੀ ਹੈ। ਸੰਸ਼ਲਿਸ਼ਟ ਰੇਸ਼ਿਆਂ ਨੂੰ ਅਸੀਂ ਬਣਾਉਟੀ ਰੇਸ਼ੇ ਵੀ ਕਹਿੰਦੇ ਹਾਂ। ਇਸ ਤੋਂ ਇਲਾਵਾ ਇਹਨਾਂ ਨੂੰ ਮਾਨਵ ਨਿਰਮਿਤ ਰੇਸ਼ੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਮਨੁੱਖ ਦੁਆਰਾ ਤਿਆਰ ਕੀਤੇ ਗਏ ਹਨ। ਇਸ ਲਈ ਸੰਸ਼ਲਿਸ਼ਟ ਰੇਸ਼ੇ, ਬਣਾਉਟੀ ਰੇਸ਼ੇ ਅਤੇ ਮਾਨਵ ਨਿਰਮਿਤ ਰੇਸ਼ੇ ਵੀ ਅਖਵਾਉਂਦੇ ਹਨ। ਨੰਬਰ 4, ਸੰਸ਼ਲਿਸ਼ਟ ਰੇਸ਼ੇ ਕੱਚੇ ਮਾਲ ਤੋਂ ਸੰਸ਼ਲਿਸ਼ਟ ਕੀਤੇ ਜਾਂਦੇ ਹਨ ਜੋ ਡੈਸ਼ ਅਖਵਾਉਂਦੇ ਹਨ। ਬੱਚਿਓ, ਸੰਸ਼ਲਿਸ਼ਟ ਰੇਸ਼ੇ ਜਿਹੜੇ ਕੱਚੇ ਮਾਲ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਹਨਾਂ ਨੂੰ ਪੈਟਰੋ ਰਸਾਇਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੰਸ਼ਲਿਸ਼ਟ ਰੇਸ਼ੇ ਪੈਟਰੋ ਰਸਾਇਣਾਂ ਦੀਆਂ ਰਸਾਇਣਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦੇ ਹਨ। ਬੱਚਿਓ, ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਬਹੁਤ ਪਸੰਦ ਆਇਆ ਹੋਵੇਗਾ। ਇਸ ਚੈਪਟਰ ਦੇ ਜੋ ਬਾਕੀ ਟੌਪਿਕ ਹਨ ਉਹ ਅਸੀਂ ਅਗਲੇ ਲੈਕਚਰ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ। ਧੰਨਵਾਦ।